आप लेहो तुम कथा सुधारी। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ਼ਾਸਤਰ ਵੇਦ ਕੇ ਅਰਥ ਫਲ ਜਦਪ ਵਿਚਾਰੈ ਧਾਰ। ਸ੍ਰੀ ਗੁਰ ਗ੍ਰੰਥ ਵਿਲੋਕ ਤੇ ਦੇਤ ਵੇਗ ਫਲ ਚਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸਾਜੀ ਨਵਾਜੀ ਹੋਈ ਪਰਮ ਸਨਮਾਨ ਜੋ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰਾਂ ਦੀ ਪਵਿੱਤਰ ਪਾਵਨ ਹਜ਼ੂਰੀ ਦੇ ਵਿੱਚ ਹਾਜ਼ਰੀਆਂ ਭਰ ਕੇ ਆਪਣੇ ਮਨੁੱਖਾ ਜੀਵਨ ਦੀਆਂ ਕੀਮਤੀ ਘੜੀਆਂ ਨੂੰ ਗੁਰੂ ਲੇਖੇ ਲਾ ਕੇ ਸਫਲਾ ਕਰ ਰਹੇ ਹੋ। ਗੁਰੂ ਸਾਹਿਬ ਦੀ ਬੜੀ ਕਿਰਪਾ ਨਾਲ ਸੋਧਾ ਰਹਿਰਾਸ ਸਾਹਿਬ ਦੇ ਪਾਠ, ਆਰਤੀ ਆਰਤੇ ਦੇ ਕੀਰਤਨ ਸਰਵਣ ਕੀਤੇ ਹਨ। ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੀਰੀ ਪੀਰੀ ਦੇ ਮਾਲਕ 6ਵੇਂ ਪਾਤਸ਼ਾਹ ਜੀ ਨੇ ਆਪਣੀ ਮਾਇਆ ਵਰਤਾ ਕੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਬਨਾਰਸ ਭੇਜ ਦਿੱਤਾ ਸੀ। ਜੇ ਗੁਰ ਸਾਂਗ ਵਰਤਦਾ ਸਿੱਖ ਸਿਦਕ ਨਾ ਹਾਰੇ, ਇਹ ਬਚਨ ਚੱਲੇ ਸਨ ਤੇ ਇਹਨਾਂ ਬਚਨਾਂ ਦੇ ਸਦਕਾ ਇਹ ਸਾਰੀ ਮਾਇਆ ਗੁਰੂ ਸਾਹਿਬ ਨੇ ਵਰਤਾਈ। ਕੌਤਕ ਵਰਤਾਇਆ ਕਿ ਭਾਈ ਸਾਹਿਬ ਬਨਾਰਸ ਵਿੱਚ ਪਹੁੰਚ ਗਏ ਤੇ ਉੱਥੇ ਵੀ ਸਿੱਖੀ ਦਾ ਝੰਡਾ ਗੱਡ ਦਿੱਤਾ। ਗੁਰਮਤ ਗਿਆਨ ਦੁਆਰਾ ਭੁੱਲੇ ਭਟਕੇ ਹੋਏ ਜੀਵਾਂ ਨੂੰ ਰਸਤੇ ਪਾ ਦਿੱਤਾ। ਬਨਾਰਸ ਦਾ ਰਾਜਾ ਭਾਈ ਸਾਹਿਬ ਦੀ ਕਥਾ ਸੁਣ ਕੇ ਉਹਨਾਂ ਦਾ ਸ਼ਿਸ਼ ਬਣ ਗਿਆ ਤੇ ਬਹੁਤ ਸਾਰੇ ਪੰਡਿਤ ਵਿਦਵਾਨ ਵੀ ਆਪ ਜੀ ਦੇ ਸ਼ਿਸ਼ ਬਣ ਗਏ। ਸਿੱਖੀ ਧਾਰਨ ਕਰਕੇ ਗੁਰੂ ਨਾਨਕ ਨਾਮ ਲੇਵਾ ਅਭਿਆਸੀ ਹੋ ਗਏ। ਕੁਝ ਪੰਡਤਾਂ ਨੇ ਆ ਕੇ ਸਵਾਲ ਵੀ ਕੀਤਾ। ਪਹਿਲਾ ਸਵਾਲ ਸੀਗਾ, ਵਾਹਿਗੁਰੂ ਮੰਤਰ ਦਾ ਮਹਾਤਮ ਦੱਸੋ। ਭਾਈ ਸਾਹਿਬ ਜੀ ਨੇ ਸੰਸਕ੍ਰਿਤ ਵਿੱਚ ਸ਼ਲੋਕ ਉਚਾਰਨ ਕੀਤੇ। ਪੰਡਤਾਂ ਨੂੰ ਵਾਹਿਗੁਰੂ ਸ਼ਬਦ ਦੇ ਅਰਥ ਦੱਸੇ। ਵਾਵਾ, ਹਾਹਾ, ਗੱਗਾ ਤੇ ਰਾਰਾ, ਇਹ ਜਿਹੜੇ 4 ਅੱਖਰ ਨੇ, ਇਹਨਾਂ ਦੇ ਅਰਥ ਬੜੇ ਡੂੰਘੇ, ਬੜੀ ਵਿਸ਼ੇਸ਼ਤਾ ਵਾਲੇ ਭਾਈ ਸਾਹਿਬ ਗੁਰਦਾਸ ਜੀ ਨੇ ਦਰਸਾਏ। ਉਪਰੰਤ ਉਹਨਾਂ ਨੇ ਦੂਜਾ ਸਵਾਲ ਕੀਤਾ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਤੇ। ਤਾਂ ਮਹਾਰਾਜ ਸਾਹਿਬ ਜੀ ਦੀ ਬਾਣੀ ਲਿਖਣ ਦੀ ਲੋੜ ਕੀ ਪਈ ਹੈ 4 ਵੇਦਾਂ ਦੇ ਹੁੰਦਿਆਂ। ਭਾਈ ਸਾਹਿਬ ਕਹਿੰਦੇ ਜਿਵੇਂ ਖੂਹ ਦਾ ਪਾਣੀ ਹੁੰਦਾ ਹੈ, ਖੂਹ ਪੱਟਣਾ ਵੀ ਔਖਾ ਹੈ ਤੇ ਪੈਸਾ ਵੀ ਲੱਗਦਾ ਹੈ, ਟਾਈਮ ਵੀ ਲੱਗਦਾ ਹੈ, ਫਿਰ ਵੀ ਖੂਹ ਦਾ ਪਾਣੀ ਕਈ ਵਾਰੀ ਖਾਰਾ ਨਿਕਲ ਆਉਂਦਾ, ਮਿੱਠਾ ਨਹੀਂ ਹੁੰਦਾ। ਜੇ ਉੱਪਰੋਂ ਮੀਂਹ ਪੈ ਜਾਵੇ, ਮਿਹਨਤ ਕੋਈ ਨਹੀਂ ਕਰਨੀ ਪੈਂਦੀ, ਪਾਣੀ ਬਹੁਤ ਹੁੰਦਾ ਹੈ ਤੇ ਮਿੱਠਾ ਹੁੰਦਾ, ਸਾਰੀ ਧਰਤੀ ਨੂੰ ਫਾਇਦਾ ਹੁੰਦਾ। ਵੇਦਾਂ ਸ਼ਾਸਤਰਾਂ ਦਾ ਗਿਆਨ ਬੜੀ ਮਿਹਨਤ ਕਰਕੇ ਮਿਲਦਾ। ਵੇਦ ਸ਼ਾਸਤਰ ਪੜ੍ਹਨੇ ਕੋਈ ਸੌਖਾ ਕੰਮ ਨਹੀਂ। 18 ਸਾਲ ਬਨਾਰਸ ਵਿੱਚ ਰਹਿ ਕੇ ਵਿਦਿਆ ਪੜ੍ਹੀਏ ਤਾਂ ਜਾ ਕੇ ਵੇਦ ਸ਼ਾਸਤਰ ਪੜ੍ਹਨੇ ਆਉਂਦੇ। ਹਰ ਬੰਦਾ ਨਹੀਂ ਪੜ੍ਹ ਸਕਦਾ। ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰ ਲਵੇ, ਇੱਕ ਅੱਖਰ ਹੀ ਸੁਣ ਲਵੇ ਗੁਰਬਾਣੀ ਦਾ, ਕਿਨਕਾ ਏਕ ਜਿਸ ਜੀ ਵਸਾਵੈ ਤਾਂ ਕਿ ਮਹਿਮਾ ਗਨੀ ਨਾ ਆਵੈ। ਘੱਟ ਤੋਂ ਘੱਟ ਪੜ੍ਹਿਆ ਬੰਦਾ ਵੀ ਗੁਰੂ ਗ੍ਰੰਥ ਸਾਹਿਬ ਦੇ ਜਹਾਜ਼ 'ਤੇ ਚੜ੍ਹ ਕੇ ਭਵ ਸਾਗਰ ਤੋਂ ਪਾਰ ਲੰਘ ਸਕਦਾ। ਸੋ ਇਹ ਮਹਿਮਾ ਭਾਈ ਗੁਰਦਾਸ ਜੀ ਪੰਡਤਾਂ ਨੂੰ ਦੱਸ ਰਹੇ ਨੇ। ਆਓ ਸਰਵਣ ਕਰੀਏ ਮਹਾਰਾਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਿਮਾ। ਪਿਆਰ ਨਾਲ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ਼ਾਸਤਰ ਵੇਦ ਕੇ ਅਰਥ ਫਲ। ਸਾਧ ਸੰਗਤ ਜੀ, ਜਿਹੜੇ ਸ਼ਾਸਤਰ ਹਨ 6 ਔਰ ਵੇਦ ਹਨ 4, ਪੁਰਾਣ ਹਨ 18 ਤੇ ਸਿਮਰਤੀਆਂ ਹਨ 27। ਇਹ ਜਿਹੜੀਆਂ ਇੰਨੀਆਂ ਸਿਮਰਤੀਆਂ ਵੇਦ ਸ਼ਾਸਤਰ ਹਨ, ਇਹਨਾਂ ਨੂੰ ਫੜਨ ਦਾ ਜੋ ਫਲ ਹੈ, ਜੋ ਇਹਨਾਂ ਨੂੰ ਪੜ੍ਹ ਕੇ ਪ੍ਰਾਪਤੀ ਹੁੰਦੀ ਹੈ, ਜਦਪ ਵਿਚਾਰੈ ਧਾਰ। ਭਾਵੇਂ ਕੋਈ ਬੜੀ ਮਿਹਨਤ ਕਰਕੇ ਵਿਚਾਰ ਕਰ ਲਵੇ
ਤਾਂ ਜਾ ਕੇ ਇਹਨਾਂ ਵੇਦਾਂ ਸ਼ਾਸਤਰਾਂ ਦਾ ਕੋਈ ਪਤਾ ਲੱਗਦਾ ਹੈ। ਸ੍ਰੀ ਗੁਰ ਗ੍ਰੰਥ ਬਿਲੋਕ ਤੇ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਨ ਨਾਲ ਹੀ, ਮਹਾਰਾਜ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਨ ਦੇ ਨਾਲ ਦੇਤ ਵੇਗ ਫਲ ਚਾਰ, ਚਾਰੇ ਫਲਾਂ ਦੀ ਪ੍ਰਾਪਤੀ ਹੋ ਜਾਂਦੀ। ਧਰਮ ਵੀ, ਅਰਥ ਵੀ, ਕਾਮ ਵੀ ਤੇ ਮੋਕਸ਼ ਵੀ ਪ੍ਰਾਪਤ ਹੋ ਜਾਂਦੇ ਹਨ। ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੇ ਵਸ ਹੈ ਕਾਮ ਤੇਨਾ। ਸੋ ਐਸਾ ਹਰ ਧਿਆਈਐ ਮੇਰੇ ਜੀਅੜੇ, ਤਾਂ ਸਰਬ ਸੁਖ ਪਾਵੈ ਮੇਰੇ ਮਨਾ। ਜਪ ਮਨ ਸਤਨਾਮ ਸਦਾ ਸਤਨਾਮ, ਹਲਤ ਪਲਤ ਮੁਖ ਊਜਲ ਹੋਈ ਹੈ। ਨਿਤ ਧਿਆਈਐ ਹਰ ਪੁਰਖ ਨਿਰੰਜਨਾ। ਪਰਮੇਸ਼ਰ ਦਾ ਨਾਮ ਜਪਣ ਨਾਲ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸੁਣਨ ਨਾਲ ਉਹ ਚੀਜ਼ਾਂ ਪ੍ਰਾਪਤ ਹੋ ਜਾਂਦੀਆਂ ਜਿਨ੍ਹਾਂ ਦੇ ਬਾਰੇ ਕਿਸੇ ਨੇ ਸੋਚਿਆ ਵੀ ਨਹੀਂ ਹੁੰਦਾ। ਸਾਰੇ ਹੀ ਫਲ ਪ੍ਰਾਪਤ ਹੋ ਜਾਂਦੇ ਹਨ। ਅੜਿਲ ਨਿਤ ਪ੍ਰਤ ਰੁਚ ਔਰ ਧਾਰ, ਦਰਸ ਗੁਰ ਕੀਜੀਐ। ਇਹ ਸਿੱਖੋ, ਗੁਰੂ ਦੇ ਪਿਆਰਿਓ, ਰੋਜ਼ ਸ਼ਰਧਾ ਨਾਲ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਿਆ ਕਰੋ। ਪੁਰਾਤਨ ਸਿੰਘਾਂ ਦੀ ਮਰਜ਼ਾਦਾ ਤਾਂ ਇਹ ਹੈ ਕਿ ਜਿੰਨਾ ਚਿਰ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਨਹੀਂ ਟੇਕਦੇ, ਪ੍ਰਸ਼ਾਦਾ ਵੀ ਨਹੀਂ ਛਕਦੇ। ਅਸੀਂ ਇਹੋ ਜਿਹੇ ਸਿੰਘਾਂ ਦੇ ਦਰਸ਼ਨ ਕੀਤੇ ਐ ਸਾਧ ਸੰਗਤ ਜੀ, ਹੁਣ ਵੀ ਉਹ ਮੌਜੂਦ ਹਨ। ਹਜ਼ੂਰ ਸਾਹਿਬ ਦੀ ਯਾਤਰਾ 'ਤੇ ਜਾਣਾ, ਪਾਣੀ ਨਹੀਂ ਪੀਣਾ ਰਸਤੇ ਵਿੱਚ। ਜਦੋਂ ਹਜ਼ੂਰ ਸਾਹਿਬ ਜਾ ਕੇ ਇਸ਼ਨਾਨ ਕਰਕੇ ਮਹਾਰਾਜ ਦੇ ਦਰਸ਼ਨ ਕਰਨੇ, ਫਿਰ ਪ੍ਰਸ਼ਾਦਾ ਛਕਣਾ ਜਾਂ ਪਾਣੀ ਪੀਣਾ। 36 ਘੰਟੇ ਟ੍ਰੇਨ 'ਚ ਲੱਗ ਜਾਂਦੇ ਆ। ਸ੍ਰੀ ਅੰਮ੍ਰਿਤਸਰ ਤੋਂ ਚੱਲੀਏ ਹਜ਼ੂਰ ਸਾਹਿਬ ਤਾਂ ਘੱਟੋ ਘੱਟ 36 ਘੰਟੇ ਦਾ ਟਾਈਮ। 36 ਘੰਟੇ ਯਾਨੀ 2 ਦਿਨ ਰਾਤ ਪੂਰੀ ਪਾਣੀ ਵੀ ਨਹੀਂ ਪੀਂਦੇ। ਇੰਨੀ ਸ਼ਰਧਾ ਰੱਖਣੀ, ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨਾਂ ਤੋਂ ਬਿਨਾਂ ਪਾਣੀ ਵੀ ਨਹੀਂ ਪੀਣਾ। ਤੇ ਇਹ ਗੁਰਸਿੱਖ ਦਾ ਧਰਮ ਹੈ, ਰੋਜ਼ ਦਰਸ਼ਨ ਕਰਨਾ। ਆਪਾਂ ਕਰਦੇ ਹਾਂ ਵੀ ਚਲੋ ਕਦੀ ਦਿਲ ਕੀਤਾ ਗੁਰਦੁਆਰੇ ਆ ਗਏ, ਮੱਥਾ ਟੇਕ ਲਿਆ, ਨਹੀਂ ਤਾਂ ਹਫ਼ਤੇ 15 ਦਿਨਾਂ ਬਾਅਦ ਫਿਰ ਦੇਖਾਂਗੇ। ਇੱਦਾਂ ਨਹੀਂ। ਗੁਰੂ ਸਾਹਿਬ ਦੇ ਦਰਸ਼ਨ ਦੋਨੋਂ ਟਾਈਮ ਨਹੀਂ ਤਾਂ ਇੱਕ ਟਾਈਮ ਸਵੇਰੇ ਜ਼ਰੂਰ ਆ ਕੇ ਕਰਨੇ ਚਾਹੀਦੇ। ਜੇ ਸਵੇਰੇ ਕੋਈ ਇਹੋ ਜਿਹਾ ਸਮਾਂ ਬਣ ਗਿਆ, ਨਹੀਂ ਹੋ ਸਕੇ, ਸ਼ਾਮ ਨੂੰ ਜ਼ਰੂਰ ਕਰਨੇ ਚਾਹੀਦੇ। ਗੁਰੂ ਸਾਹਿਬ ਦੇ ਦਰਸ਼ਨ ਕਰਕੇ ਪ੍ਰਸ਼ਾਦਾ ਪਾਣੀ ਛਕਦੇ ਸੀ ਪੁਰਾਤਨ ਸਿੱਖ। ਸੋ ਇਸ ਕਰਕੇ ਕਵੀ ਜੀ ਲਿਖ ਰਹੇ ਨੇ, ਨਿਤ ਪ੍ਰਤੀ ਹਰ ਰੋਜ਼ ਰੁਚ ਉਰ ਧਾਰ, ਮਨ 'ਚ ਰੁਚੀ ਧਾਰਨ ਕਰਕੇ ਦਰਸ਼ ਗੁਰ ਕੀਜੀਏ। ਗੁਰੂ ਸਾਹਿਬ ਦੇ ਦਰਸ਼ਨ ਕਰੀਏ, ਗੁਰੂ ਗ੍ਰੰਥ ਸਾਹਿਬ ਜੀ ਦੇ। ਨਿਖਲ ਜਨਮ ਤਮ ਪਾਪ, ਖਿਨਕ ਹਰ ਦੀਜੀਐ। ਨਿਖਲ ਹੁੰਦਾ ਸਾਰੇ ਜਨਮਾਂ ਦੇ ਜਿਹੜੇ ਪਾਪ ਨੇ, ਜਿਹੜੇ ਤਮ ਗੁਣ ਕਰਕੇ, ਅਗਿਆਨ ਕਰਕੇ ਕੀਤੇ ਪਾਪ ਨੇ, ਉਹ ਸਾਰੇ ਕੱਟੇ ਜਾਂਦੇ ਜਦੋਂ ਮਹਾਰਾਜ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰੀਦੇ। ਦਰਸ਼ ਪਰਸ਼ ਕੀਨੇ ਗੁਰੂ ਗ੍ਰੰਥ ਮਹਾਰਾਜ ਜੀ ਕੇ, ਪਾਪ ਜਨ ਮਾਂਤਰ ਕੇ ਪੁੰਨ ਰੂਪ ਧਾਰਤੇ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਨ ਨਾਲ ਜਨਮਾਂ ਜਨਮਾਂਤਰਾਂ ਦੇ ਪਾਪ ਪੁੰਨਾਂ ਦੇ ਰੂਪ 'ਚ ਬਦਲ ਜਾਂਦੇ ਹਨ। ਕੋਟ ਜਗ ਫਲ ਦਾਨ, ਸੁਨਤ ਰਵ ਭਾਵਨੀ। ਰਵ ਨਾਮ ਹੈ ਬਾਣੀ ਦਾ। ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਭਾਵਨਾ ਦੇ ਨਾਲ ਸੁਣਦਾ ਹੈ, ਉਹਦੇ ਕਰੋੜਾਂ ਜਨਮਾਂ ਦੇ ਪਾਪ ਕੱਟੇ ਜਾਂਦੇ, ਕਰੋੜਾਂ ਜਨਮਾਂ ਦੇ। ਕੋਟ ਜਗ ਫਲ ਦਾਨ, ਸੁਨਤ ਰਵ ਭਾਵਨੀ। ਕਰੋੜਾਂ ਜਗਾਂ ਦਾ ਪੁੰਨਾਂ ਦਾ ਪੁੰਨ ਮਿਲ ਜਾਂਦਾ, ਫਲ ਮਿਲ ਜਾਂਦਾ। ਇੱਕ ਜਗ ਕਰਾਉਣਾ ਹੋਵੇ ਸਾਧ ਸੰਗਤ ਜੀ, ਬੜਾ ਔਖਾ ਹੈ ਇੱਕ ਜਗ ਕਰਾਉਣਾ ਹੋਵੇ, ਕਿਉਂਕਿ ਜਗ ਦੇ ਉੱਤੇ ਲੱਖਾਂ ਕਰੋੜਾਂ ਰੁਪਈਆ ਖਰਚ ਹੁੰਦਾ ਹੈ। ਬਹੁਤ ਸਮੱਗਰੀ ਚਾਹੀਦੀ ਹੈ। 17 ਪੰਡਿਤ ਲਗਾਤਾਰ ਮੰਤਰ ਪੜ੍ਹਦੇ ਨੇ। 16 ਪੰਡਿਤ ਹੁੰਦੇ ਨੇ ਜਿਨ੍ਹਾਂ ਨੂੰ ਰਿਤਜ ਕਹਿੰਦੇ ਨੇ। 17ਵਾਂ ਬ੍ਰਹਮਾ ਵੱਡਾ ਪੰਡਿਤ ਹੁੰਦਾ ਹੈ, ਉਹਨਾਂ ਦਾ ਗੁਰੂ। ਅਤੇ 18ਵੇਂ ਨੰਬਰ 'ਤੇ ਜਿਹੜਾ ਜਜਮਾਨ ਕਰਾਉਂਦਾ ਹੈ, 19ਵੇਂ ਨੰਬਰ 'ਤੇ ਉਹਦੀ ਘਰਵਾਲੀ। ਇਹ 19 ਜਿਹੜੇ ਨੇ ਉੱਥੇ ਹਾਜ਼ਰ ਹੁੰਦੇ ਨੇ, ਤਾਂ ਜਾ ਕੇ ਜਗ ਹੁੰਦਾ। ਅਤੇ ਜਿਹੜੇ ਹਾਥੀ ਦੀ ਸੁੰਡ ਹੈ ਨਾ, ਐਡਾ ਪਤਨਾਲਾ ਲੱਗਦਾ, ਘਿਓ ਪੈਂਦਾ ਉਹਦੇ ਵਿੱਚ ਲਗਾਤਾਰ। ਕਈ ਸਾਲ ਇਹ ਜਗ ਹੁੰਦੇ ਰਹਿੰਦੇ ਸੀ। ਅਸ਼ਵਮੇਧ ਜਗ, ਗਜਮੇਧ ਜਗ, ਨਰਮੇਧ ਜਗ, ਨਿਰਪਮੇਧ ਜਗ, ਕਈ ਪ੍ਰਕਾਰ ਦੇ ਜਗ ਪੁਰਾਤਨ ਸਮੇਂ 'ਚ ਹੋਏ ਨੇ। ਕਲਯੁਗ ਵਿੱਚ ਪਹਿਲੀ ਗੱਲ ਹੈ, ਇੰਨਾ ਨਾ ਕਿਸੇ ਕੋਲ ਪੈਸਾ, ਨਾ ਟਾਈਮ,
ਵੀ ਕੋਈ ਇੱਦਾਂ ਦੇ ਜਗ ਕਰਾ ਲਵੇ, ਅਤੇ ਨਾ ਹੀ ਇੱਦਾਂ ਦੇ ਪੰਡਤ ਲੱਭਣਗੇ ਜਿਹੜੇ ਮਰਿਆਦਾ ਨਾਲ ਕਰ ਸਕਣ। ਸਾਨੂੰ ਇਹਨਾਂ ਜੱਗਾਂ ਤੋਂ ਗੁਰੂ ਸਾਹਿਬ ਜੀ ਨੇ ਬਚਾ ਲਿਆ। ਸਿੱਧਾ ਜਿਹਾ ਸੌਖਾ ਜਿਹਾ ਰਾਹ ਦੱਸਤਾ, ਕਈ ਕੋਟਕ ਜਗ ਫਲਾ ਸੁਣ ਗਾਵਣ ਹਾਰੇ ਰਾਮ। ਕਈ ਕਰੋੜਾਂ ਜੱਗਾਂ ਦਾ ਫਲ ਮਿਲ ਜਾਂਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਇੱਕ ਪੰਕਤੀ ਗਾ ਲਵੇ, ਗੁਰਬਾਣੀ ਦਾ ਇੱਕ ਸ਼ਬਦ ਸੁਣ ਲਵੇ, ਉਹਨੂੰ ਕਰੋੜਾਂ ਜੱਗਾਂ ਦਾ ਫਲ ਮਿਲ ਜਾਂਦਾ ਹੈ। ਹੋ ਹੋਤ ਮੋਖ ਅਧਿਕਾਰ ਪ੍ਰਣਤ ਦੁੱਤ ਦਾਮਨੀ। ਕਹਿੰਦੇ ਉਹ ਬੰਦਾ ਮੁਕਤੀ ਦਾ ਅਧਿਕਾਰੀ ਹੋ ਜਾਂਦਾ, ਉਸ ਨੂੰ ਮੁਕਤੀ ਮਿਲ ਜਾਣੀ ਹੈ। ਜਿਹਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸੁਣ ਲਈ ਨਾ, ਉਹ ਸੱਚਖੰਡ ਜਾਏਗਾ। ਪ੍ਰਗਟ ਦੁੱਤ ਦਾਮਨੀ, ਜਿਵੇਂ ਬਿਜਲੀ ਚਮਕਦੀ ਹੈ ਨਾ, ਆਖੋ ਸ੍ਰੀ ਵਾਹਿਗੁਰੂ। ਆਕਾਸ਼ ਦੇ ਵਿੱਚ ਬਿਜਲੀ ਚਮਕਦੀ ਹੈ, ਲਿਸ਼ਕਾਰਾ ਵੱਜਦਾ ਬੜਾ ਤਗੜਾ, ਇੱਦਾਂ ਉਹਦੇ ਅੰਦਰ ਬ੍ਰਹਮ ਗਿਆਨ ਦਾ ਲਿਸ਼ਕਾਰਾ ਵੱਜਦਾ ਹੈ। ਉਹਦੀ ਚਮਕ ਦਮਕ ਇੱਦਾਂ ਦੀ ਹੋ ਜਾਂਦੀ ਹੈ, ਬ੍ਰਹਮ ਗਿਆਨੀ ਬਣ ਜਾਂਦਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਜਿੱਥੋਂ ਇਹ ਬਾਣੀ ਆਈ ਹੈ ਨਾ, ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ, ਇਹ ਬੰਦੇ ਨੂੰ ਵੀ ਉੱਥੇ ਲੈ ਜਾਂਦੀ ਹੈ ਜਿੱਥੋਂ ਆਈ ਹੈ। ਜਿਹੜਾ ਬਾਣੀ ਪੜ੍ਹੇਗਾ ਉੱਥੇ ਚਲਾ ਜਾਂਦਾ ਸੱਚਖੰਡ ਵਿੱਚ, ਜਿੱਥੋਂ ਇਹ ਬਾਣੀ ਆਈ ਹੈ। ਹਾਂਜੀ, ਸਾਦਰ ਸੋੜ ਸੰਭਾਰਤ ਯਤ ਮਤ ਮਾਨਵੀ। ਜਿਹੜੀ ਬੁੱਧੀ ਗੁਰਮਨੁੱਖ ਦੀ ਗੁਰਬਾਣੀ ਪੜ੍ਹਨ ਲੱਗ ਜਾਵੇ, ਸਤਿਕਾਰ ਨਾਲ ਬਾਣੀ ਦਾ ਅਦਬ ਵੀ ਕਰੇ, ਬਾਣੀ ਦੇ ਬਚਨਾਂ ਨੂੰ ਵੀ ਮੰਨੇ, ਆਪਣੀ ਮੈਂ ਮੇਰੀ ਨੂੰ ਛੱਡ ਕੇ ਗੁਰਬਾਣੀ ਦਾ ਅਭਿਆਸ ਕਰੇ, ਉਹਦੀ ਮਤ ਉਜਲ ਹੋ ਜਾਂਦੀ ਹੈ। ਜਨਮ ਮਰਨ ਕਟ ਦੋਖ ਪਾਪ ਜਿਵ ਜਾਨਵੀ। ਕਹਿੰਦੇ ਜਨਮ ਮਰਨ ਇੱਦਾਂ ਕੱਟ ਦਿੰਦੀ ਹੈ ਬੰਦੇ ਦਾ, ਜਿਵੇਂ ਗੰਗਾ ਪਾਪਾਂ ਨੂੰ ਕੱਟ ਦਿੰਦੀ ਹੈ। ਐਸਾ ਮੰਨਿਆ ਜਾਂਦਾ ਹੈ ਵੀ ਜਿਹੜਾ ਕੋਈ ਬੰਦਾ ਮਰ ਜਾਵੇ, ਉਹਦੀਆਂ ਹੱਡੀਆਂ ਗੰਗਾ 'ਚ ਪਾ ਦਿਓ। ਕਹਿੰਦੇ ਗੰਗਾ 'ਚ ਪਾਉਣ ਨਾਲ ਉਸ ਬੰਦੇ ਦੇ ਪਾਪ ਕੱਟੇ ਜਾਣਗੇ। ਸਾਧ ਸੰਗਤ ਜੀ, ਹੁਣ ਜਿਹਨੇ ਗੰਗਾ 'ਚ ਹੱਡੀਆਂ ਪਾਣੀਆਂ ਨੇ ਜਾਂ ਗੰਗਾ 'ਚ ਨਹਾਉਣਾ, ਉਹਨੂੰ ਪਹਿਲਾਂ ਤੁਰ ਕੇ ਗੰਗਾ ਦੇ ਕੋਲ ਜਾਣਾ ਪੈਂਦਾ। ਸੈਂਕੜੇ ਮੀਲ ਵੀ ਹੋ ਸਕਦੇ ਨੇ, 1000 ਮੀਲ ਵੀ ਹੋ ਸਕਦੇ ਨੇ, ਦੂਰੋਂ ਆ ਆਪਾਂ ਅਮਰੀਕਾ 'ਚ ਬੈਠੇ ਹਾਂ, ਇੱਥੋਂ ਹੁਣ ਗੰਗਾ ਕੋਲ ਜਾਣਾ ਕੋਈ ਸੌਖਾ ਪਿਆ? ਫਿਰ ਗੰਗਾ ਮੁਕਤੀ ਕਰੇ ਕਿ ਨਾ ਕਰੇ। ਪਰ ਅਸਲੀ ਗੰਗਾ ਗੁਰੂ ਨਾਨਕ ਦੇਵ ਜੀ ਨੇ ਚਲਾਈ, ਜਿਹੜੀ ਘਰ ਘਰ ਪਹੁੰਚ ਗਈ। ਕਹਿੰਦੇ ਨਾ, ਘਰ ਬੈਠੇ ਗੰਗਾ, ਘਰ ਗੰਗਾ ਆ ਗਈ। ਇਹਨੂੰ ਕਹਿੰਦੇ ਘਰ ਆ ਗਈ ਗੰਗਾ। ਗੁਰਬਾਣੀ ਗੰਗਾ ਹੈ, ਸਾਡੇ ਘਰਾਂ 'ਚ ਆ ਰਹੀ ਹੈ। ਗੁਰੂ ਗ੍ਰੰਥ ਸਾਹਿਬ ਦੀਆਂ ਪੋਥੀਆਂ ਸੈਂਚੀਆਂ ਘਰਾਂ 'ਚ ਨੇ। ਗੁਰੂ ਮਹਾਰਾਜ ਦਾ ਕਥਾ ਕੀਰਤਨ ਸਾਡੇ ਘਰਾਂ 'ਚ ਪਹੁੰਚ ਰਿਹਾ, ਹਰਿਮੰਦਰ ਸਾਹਿਬ ਤੋਂ, ਹਜ਼ੂਰ ਸਾਹਿਬ ਤੋਂ, ਪਟਨਾ ਸਾਹਿਬ ਤੋਂ, ਗੁਰਦੁਆਰਿਆਂ ਤੋਂ ਰੋਜ਼ ਲਾਈਵ ਵੀ ਪਹੁੰਚ ਰਿਹਾ। ਘਰ ਗੰਗਾ ਆ ਰਹੀ ਹੈ। ਜਿਹੜਾ ਇਹ ਗੰਗਾ 'ਚ ਨਹਾਏਗਾ ਗੁਰਬਾਣੀ ਦੀ ਗੰਗਾ ਵਿੱਚ, ਗੁਰਬਾਣੀ ਦੀ ਗੰਗਾ ਬੜੀ ਪਵਿੱਤਰ ਹੈ। ਦੂਜੀ ਗੰਗਾ ਤਾਂ ਜਿਹੜੀ ਹੈ ਨਾ, ਲੋਕਾਂ ਨੇ ਉੱਥੇ ਹੁਣ ਉਹ ਪਵਿੱਤਰ ਰਹਿਣ ਨਹੀਂ ਦਿੱਤੀ। ਇੰਨਾ ਕੁਝ ਮੈਲ ਕੁਚੈਲ ਗੰਦਗੀ ਛੱਡ ਦਿੰਦੇ ਗੰਗਾ ਵਿੱਚ, ਵੀ ਨਦੀਆਂ ਖਰਾਬ ਕਰਤੀਆਂ, ਪ੍ਰਦੂਸ਼ਣ ਕਰਤਾ। ਗੁਰਬਾਣੀ ਦੀ ਗੰਗਾ ਇਹੋ ਜਿਹੀ ਹੈ, ਇਹ ਮੈਲੀ ਵੀ ਨਹੀਂ ਹੋ ਸਕਦੀ। ਹਾਂਜੀ, ਬ੍ਰਹਮਾਦਿਕ ਸੁਰ ਬ੍ਰਿੰਦ ਤਾਹੇ ਉਸਤਤ ਰਰੈ। ਬ੍ਰਹਮਾ ਜੀ, ਵਿਸ਼ਨੂੰ ਜੀ, ਸ਼ਿਵ ਜੀ, ਹੋਰ ਜਿੰਨੇ ਰਿਸ਼ੀ ਮੁਨੀ ਸਾਧੂ ਦੇਵੀ ਦੇਵਤੇ ਤਪਸਵੀ ਹਨ, ਉਹ ਸਾਰੇ ਗੁਰਬਾਣੀ ਦੀ ਉਸਤਤ ਕਰਦੇ ਹਨ। ਗਾਵਣ ਤੁਧਨੋਂ ਇੰਦਰ ਇੰਦਰਾਸਣ ਬੈਠੇ, ਦੇਵਤਿਆਂ ਦਰ ਨਾਲੇ ਗਾਵਣ ਤੁਧਨੋਂ ਸਿੱਧ ਸਮਾਧੀ ਅੰਦਰ, ਗਾਵਣ ਤੁਧਨੋਂ ਸਾਧ ਵਿਚਾਰੇ। ਸਾਰੇ ਉਸਤਤੀ ਕਰਦੇ ਨੇ। ਗੁਰਬਾਣੀ ਸਭ ਤੋਂ ਵੱਡੀ ਹੈ। ਗੁਰਬਾਣੀ ਇਸ ਜਗ ਮੈਂ ਚਾਨਣ ਕਰਮ ਵਸੈ ਮਨ ਆਏ। ਇਸ ਦੁਨੀਆ 'ਚ ਹਨੇਰਾ ਪੈ ਜਾਏ ਜੇ ਗੁਰਬਾਣੀ ਨਾ ਹੋਵੇ। ਗੁਰਬਾਣੀ ਰੋਸ਼ਨੀ ਦਿਖਾਉਂਦੀ ਹੈ ਬੰਦੇ ਨੂੰ। ਸਾਧ ਸੰਗਤ ਜੀ, ਜਦੋਂ ਮਨ ਟੁੱਟ ਜਾਂਦਾ, ਬੰਦਾ ਇੰਨਾ ਪਰੇਸ਼ਾਨ ਹੋ ਜਾਂਦਾ, ਕਹਿੰਦਾ ਮੈਂ ਹੁਣ ਮਰ ਜਾਵਾਂ ਤੇ ਚੰਗਾ। ਟੁੱਟਾ ਹੋਇਆ ਮਨ ਜਦੋਂ ਸਾਰੇ ਪਾਸਿਓਂ ਨਿਰਾਸ਼ ਹੋ ਕੇ ਮੌਤ ਵੱਲ ਜਾਵੇ, ਉਸ ਬੰਦੇ ਨੂੰ ਗੁਰਬਾਣੀ ਸੁਣਾ ਦਿਓ, ਉਹ ਤਿਆਰ ਬਰ ਤਿਆਰ ਹੋ ਜਾਂਦਾ, ਨਵੀਂ ਜ਼ਿੰਦਗੀ ਮਿਲ ਜਾਂਦੀ ਹੈ। ਗੁਰਬਾਣੀ ਅੰਮ੍ਰਿਤ ਹੈ। ਅੰਮ੍ਰਿਤ ਉਹ ਚੀਜ਼ ਹੁੰਦੀ ਜਿਹਨੂੰ ਪੀ ਕੇ ਮੌਤ ਟਲ ਜਾਵੇ। ਮੌਤ ਨਹੀਂ ਆਉਂਦੀ।
ਗੁਰਬਾਣੀ ਦਾ ਅੰਮ੍ਰਿਤ ਪੀ ਕੇ ਆਤਮਿਕ ਜੀਵਨ ਮਿਲ ਜਾਂਦਾ ਹੈ। ਹੋ ਨਿਜ ਕਰ ਪੁਸ਼ਪ ਹੈ ਵਿਸ਼ਨ ਗ੍ਰੰਥ ਪੁਰ ਲੈ ਧਰੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪੂਜਾ ਦੇਵੀ ਦੇਵਤੇ ਵੀ ਕਰਦੇ ਹਨ। ਖੁਦ ਵਿਸ਼ਨੂੰ ਭਗਵਾਨ ਫੁੱਲਾਂ ਦੀ ਮਾਲਾ ਲਿਆ ਕੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਰੱਖਦੇ ਹਨ। ਐਡਾ ਵੱਡਾ ਹੈ ਗੁਰੂ ਗ੍ਰੰਥ ਸਾਹਿਬ ਦਾ ਰੁਤਬਾ। ਜਿੰਨੇ ਦੇਵੀ ਦੇਵਤੇ ਹਨ ਇਹ ਸਾਰੇ ਗਾਉਂਦੇ ਹਨ ਗੁਰੂ ਗ੍ਰੰਥ ਸਾਹਿਬ ਦੀ ਉਸਤਤ। ਗਾਵਣ ਤੁਧਨੋਂ ਇੰਦਰ ਇੰਦਰਾਸਣ ਬੈਠੇ ਦੇਵਤਿਆਂ ਦਰ ਨਾਲੇ। ਉਹ ਦੇਵਤੇ ਸਾਰੇ ਹੀ ਗਾਉਂਦੇ ਹਨ। ਵੱਡੇ ਵੱਡੇ ਦੇਵਤੇ ਰਿਸ਼ੀ ਮੁਨੀ ਗੁਰੂ ਗ੍ਰੰਥ ਸਾਹਿਬ ਅੱਗੇ ਸਭ ਦਾ ਸਿਰ ਝੁਕ ਜਾਂਦਾ ਹੈ। ਸਭ ਤੋਂ ਵੱਡੇ ਹਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਹਾਂਜੀ। ਮਹਿ ਤੀਰਥ ਦਿਗ ਈਸ਼ ਸ਼ੇਸ਼ ਸਾਰਦ ਰਰੈ। ਧਰਤੀ ਦੇ ਜਿੰਨੇ ਵੀ ਤੀਰਥ ਨੇ, ਜਿੰਨੀਆਂ ਦਿਸ਼ਾਵਾਂ ਨੇ, ਜਿੰਨੇ ਦਿਸ਼ਾ ਨੂੰ ਪਾਲਣ ਵਾਲੇ ਨੇ, ਸ਼ੇਖਨਾਗ ਹੈ ਅਤੇ ਸ਼ਾਰਦਾ ਹੈ, ਸਭ ਗੁਰਬਾਣੀ ਦੀ ਉਸਤਤ ਕਰਦੇ ਨੇ। ਗੁਰਬਾਣੀ ਸਾਰਿਆਂ ਤੋਂ ਸ਼੍ਰੋਮਣੀ ਹੈ। ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ। ਵਾਹ ਵਾਹ ਬਾਣੀ ਨਿਰੰਕਾਰ ਹੈ। ਨਿਰੰਕਾਰ ਦਾ ਹੀ ਰੂਪ ਹੈ ਜੋ ਬਾਣੀ। ਉਸ ਨੂੰ ਸਾਰੇ ਮੱਥਾ ਟੇਕਦੇ। ਸਾਰੇ ਦੇਵੀ ਦੇਵਤੇ ਨਿਰੰਕਾਰ ਤੋਂ ਛੋਟੇ ਹਨ। ਨਿਰੰਕਾਰ ਵੱਡਾ ਹੈ ਅਤੇ ਉਹ ਨਿਰੰਕਾਰ ਖੁਦ ਬਾਣੀ ਦੇ ਵਿੱਚ ਬੈਠਾ ਹੈ। ਇਸ ਕਰਕੇ ਬਾਣੀ ਸਭ ਤੋਂ ਵੱਡੀ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਸਭ ਤੋਂ ਵੱਡੇ ਹਨ। ਹਾਂਜੀ। ਸ਼੍ਰੀ ਬਚਨਾਮ੍ਰਿਤ ਸਾਰ ਵਰਗ ਅਗ ਸਭ ਟਰੈ। ਇਹ ਗੁਰਬਾਣੀ ਅੰਮ੍ਰਿਤ ਦਾ ਸਾਧ ਸੰਗਤ ਜੀ ਇਹ ਸਰੋਵਰ ਹੈ। ਇਹ ਮੁਕਤੀ ਦੇਣ ਵਾਲੀ ਹੈ। ਇਹ ਸਾਰੇ ਪਾਪ ਟਾਲਣ ਵਾਲੀ ਹੈ। ਗੁਰਬਾਣੀ ਦੇ ਜਿਹੜੇ ਬਚਨ ਨੇ ਗੁਰੂ ਦੇ ਅੰਮ੍ਰਿਤ ਰੂਪੀ ਨੇ। ਜਿਵੇਂ ਅੰਮ੍ਰਿਤ ਪੀ ਕੇ ਮੌਤ ਨਹੀਂ ਹੁੰਦੀ, ਗੁਰਬਾਣੀ ਪੜ੍ਹ ਕੇ ਗੁਰਬਾਣੀ ਸੁਣ ਕੇ ਆਤਮਿਕ ਤੌਰ 'ਤੇ ਮੌਤ ਨਹੀਂ ਹੁੰਦੀ। ਸਰੀਰ ਤਾਂ ਸਾਰਿਆਂ ਨੂੰ ਹੀ ਛੱਡਣਾ ਪੈਣਾ, ਪਰ ਇੱਕ ਸਰੀਰ ਛੱਡ ਕੇ ਫਿਰ ਸਰੀਰ 'ਚ ਪੈ ਜਾਏਗਾ। ਫਿਰ ਕਦੀ ਕੁੱਤਾ ਬਣ ਗਿਆ, ਕਦੀ ਬਿੱਲਾ ਬਣ ਗਿਆ, ਕਦੀ ਗਧਾ ਬਣ ਗਿਆ, ਕਦੀ ਸੱਪ, ਕਦੀ ਸ਼ੇਰ, ਕਦੀ ਬਘਿਆੜ, ਕਦੀ ਕਾਂ, ਕਦੀ ਕਬੂਤਰ। ਅਤੇ ਇੱਕ ਬੰਦਾ ਜਾ ਕੇ ਵਾਹਿਗੁਰੂ ਦੇ ਚਰਨਾਂ 'ਚ ਬੈਠ ਗਿਆ। ਦੋਵਾਂ ਦਾ ਕਿੰਨਾ ਫਰਕ ਹੈ। ਤੋ ਜਿਹੜੀ ਬਾਣੀ ਹੈ ਨਾ ਇਹ ਸਾਨੂੰ ਉੱਥੇ ਲੈ ਜਾਂਦੀ ਜਿੱਥੇ ਜਨਮ ਮਰਨ ਕੱਟਿਆ ਜਾਂਦਾ, ਜਿੱਥੇ 84 ਕੱਟੀ ਜਾਂਦੀ ਹੈ। ਮੋਖਾ ਰੋਹਣ ਪ੍ਰਗਟ ਗਿਰਾ ਅਗ ਖੰਡਣੀ। ਗੁਰੂ ਦੀ ਬਾਣੀ ਪਾਪਾਂ ਨੂੰ ਖੰਡਣ ਵਾਲੀ ਹੈ। ਔਰ ਮੋਖ ਆਰੋਹਣ, ਮੋਖ ਕਹਿੰਦੇ ਮੁਕਤੀ ਦੀ ਪਦਵੀ 'ਤੇ ਟਿਕਾਣ ਵਾਲੀ ਹੈ, ਬਿਠਾਉਣ ਵਾਲੀ ਹੈ। ਕੋਈ ਬੰਦਾ ਇੱਧਰ ਉੱਧਰ ਭਟਕ ਰਿਹਾ ਹੋਵੇ ਅਤੇ ਕੋਈ ਸਿਆਣਾ ਉਹਨੂੰ ਬਾਂਹ ਤੋਂ ਫੜ ਕੇ ਵਧੀਆ ਮੰਜੇ 'ਤੇ ਬਿਠਾ, ਇੱਥੇ ਬਹਿ ਭਾਈ ਆਰਾਮ ਕਰ, ਆਨੰਦ ਲੈ ਸੋ, ਕਿਉਂ ਬਾਹਰ ਦੁਖੀ ਹੁੰਦਾ। ਇਹ ਜੀਵ ਆਤਮਾ ਬਾਹਰ ਭਟਕ ਰਹੀ ਹੈ। ਗੁਰਬਾਣੀ ਫੜ ਕੇ ਲਿਆਉਂਦੀ ਬਾਂਹ ਤੋਂ ਅਤੇ ਸੱਚਖੰਡ 'ਚ ਬਿਠਾ ਦਿੰਦੀ ਹੈ, ਮੁਕਤ ਕਰ ਦਿੰਦੀ, ਜਨਮ ਮਰਨ ਕੱਟ ਦਿੰਦੀ ਹੈ। ਹਾਂਜੀ। ਹੋ ਦੋਖ ਦਰਿਦਰ ਸੰਤਾਪ ਪਾਪ ਬਲ ਦੰਡਣੀ। ਗੁਰਬਾਣੀ ਦੁੱਖਾਂ ਨੂੰ, ਦਲਿੱਦਰਾਂ ਨੂੰ, ਪਾਪਾਂ ਨੂੰ ਨਾਸ ਕਰ ਦਿੰਦੀ ਹੈ। ਤੁਸੀਂ ਲਗਾਤਾਰ ਬਾਣੀ ਪੜ੍ਹੀ ਜਾਓ ਅਤੇ ਮਨ ਦੇ ਵਿੱਚ ਜਿਹੜੇ ਪਾਪ ਨੇ ਨਾ ਹੌਲੇ ਹੌਲੇ ਧੁਲਣੇ ਸ਼ੁਰੂ ਹੋ ਜਾਂਦੇ ਆ। ਮਨ ਦੇ ਵਿੱਚੋਂ ਪਾਪ ਨਿਕਲਣੇ ਸ਼ੁਰੂ ਹੋ ਜਾਂਦੇ ਆ। ਪਹਿਲਾਂ ਤਾਂ ਘਬਰਾਹਟ ਹੁੰਦੀ ਹੈ। ਬਾਣੀ ਪੜ੍ਹਦਿਆਂ ਬੈਠਦਿਆਂ ਵੀ ਗੋਡੇ ਦਰਦ ਕਹਿੰਦੇ ਉੱਠੀਏ ਛੱਡੀਏ, ਲੱਕ ਪੀੜ ਹੋਣ ਲੱਗ ਪਈ, ਚੱਲੀਏ ਸੋਈਏ, ਆਰਾਮ ਕਰੀਏ, ਇੱਦਾਂ ਦੀਆਂ ਬਿਰਤੀਆਂ ਆਉਂਦੀਆਂ। ਅਸਲ 'ਚ ਪਾਪ ਹੀ ਬੰਦੇ ਨੂੰ ਤੰਗ ਕਰਦੇ। ਪਾਪ ਕਹਿੰਦੇ ਤੂੰ ਇੱਥੇ ਨਾ ਬੈਠ, ਚੱਲ ਚੱਲੀਏ ਘਰ, ਚੱਲੀਏ TV ਦੇਖੀਏ, ਕੁਛ ਸੋਈਏ। ਉੱਧਰ ਜਾਂਦਾ ਮਨ ਮਾੜੇ ਪਾਸੇ। ਕਥਾ ਸੁਣਨ ਵਿੱਚ, ਕੀਰਤਨ ਸੁਣਨ 'ਚ ਮਨ ਟਿਕਦਾ ਨਹੀਂ। ਕਹਿੰਦੇ ਫਿਰ ਜਦੋਂ ਹੌਲੇ ਹੌਲੇ ਇਹਦੇ ਨਾਲ ਥੋੜ੍ਹਾ ਧੱਕਾ ਕਰ ਲਓ, ਫਿਰ ਗੁਰਬਾਣੀ ਇਹੋ ਜਿਹੀ ਕਲਾ ਵਰਤਾਉਂਦੀ ਹੈ, ਉਹ ਪਾਪਾਂ ਨੂੰ ਮੇਟ ਦਿੰਦੀ ਹੈ, ਮਨ ਟਿਕ ਜਾਂਦਾ। ਫਿਰ ਰਸ ਆਉਣ ਲੱਗ ਜਾਂਦਾ। ਫਿਰ ਤੁਹਾਨੂੰ ਚੰਗਾ ਲੱਗਦਾ ਵੀ ਕਥਾ ਸੁਣੀਏ, ਕੀਰਤਨ ਸੁਣੀਏ, ਬਾਣੀ ਪੜ੍ਹੀਏ, ਬੈਠੇ ਰਹੀਏ ਆਨੰਦ ਨਾਲ। ਫਿਰ ਤਾਂ ਕਈ ਵਾਰੀ ਇਹੋ ਜਿਹੀ ਅਵਸਥਾ ਹੁੰਦੀ ਹੈ ਵੀ ਸਰੀਰ ਥੱਕ ਵੀ ਜਾਵੇ, ਅੱਖਾਂ ਵੀ ਥੱਕ ਜਾਣ, ਬਾਣੀ ਪੜ੍ਹਨ ਨੂੰ ਮਨ ਨਹੀਂ ਹਟਦਾ। ਕਹਿੰਦਾ ਪੜ੍ਹੀ ਚੱਲ, ਸੁਣੀ ਚੱਲ। ਇੱਦਾਂ ਦੀ ਅਵਸਥਾ ਵੀ ਆ ਜਾਂਦੀ ਹੈ। ਇਹ ਵੱਖਰੀਆਂ ਵੱਖਰੀਆਂ ਅਵਸਥਾ ਨੇ। ਸਾਧ ਸੰਗਤ ਜੀ, ਸਾਰਿਆਂ ਦੀ ਅਵਸਥਾ ਇੱਕ ਨਹੀਂ ਹੁੰਦੀ। ਸਕੂਲ 'ਚ ਪੜ੍ਹਨ ਵਾਲੇ ਸਾਰੇ ਬੱਚੇ DC ਨਹੀਂ ਲੱਗਦੇ। ਮਾਸਟਰ ਤਾਂ ਇੱਕੋ ਹੀ ਹੁੰਦਾ, ਪ੍ਰਿੰਸੀਪਲ ਪੜ੍ਹਾ ਰਿਹਾ ਹੁੰਦਾ, ਟੀਚਰ ਪੜ੍ਹਾ ਰਿਹਾ ਹੁੰਦਾ। ਪਰ ਜਿਹੜੇ ਨਿਆਣੇ ਹੁੰਦੇ, ਕਈ ਮੇਰੇ ਵਰਗੇ ਨਲਾਇਕ ਮਸੀਂ ਪਾਸ ਹੁੰਦੇ ਆ, ਕਈ ਪਾਸ ਵੀ ਨਹੀਂ ਹੁੰਦੇ, ਅਤੇ ਕਈ ਮੈਰਿਟ ਲੈ ਜਾਂਦੇ ਆ ਅਤੇ ਜਾ ਕੇ ਵੱਡੇ ਅਫਸਰ ਬਣ ਜਾਂਦੇ ਆ।
ਇੱਥੇ ਸੰਗਤ 'ਚ ਬਹਿਣ ਵਾਲਿਆਂ ਦੀ ਅਵਸਥਾ ਵੀ ਇੱਕ ਨਹੀਂ ਹੈ। ਗੁਰੂ ਸਾਹਿਬ ਦੇ ਸਮੇਂ ਵੀ ਵੱਖਰੀ ਵੱਖਰੀ ਅਵਸਥਾ ਦੇ ਸਿੱਖ ਹੋਏ। ਇਹੋ ਜਿਹੇ ਸਨ ਜਿਹੜੇ ਮੈਦਾਨੇ ਜੰਗ 'ਚ ਵੈਰੀਆਂ ਦੇ ਦੰਦ ਖੱਟੇ ਕਰਦੇ, ਤੂਫਾਨ ਦੀ ਤਰ੍ਹਾਂ ਜਾਂਦੇ ਜੰਗ ਦੇ ਵਿੱਚ। ਬਾਬਾ ਦੀਪ ਸਿੰਘ ਜੀ, ਭਾਈ ਬਚਿੱਤਰ ਸਿੰਘ ਜੀ ਵਰਗੇ ਸੂਰਮੇ। ਦੂਜੇ ਪਾਸੇ ਬ੍ਰਹਮ ਗਿਆਨੀ ਭਾਈ ਕਨ੍ਹਈਆ ਜੀ, ਮਾਈ ਭਾਗੋ ਜੀ ਵਰਗੇ ਬੇਅੰਤ ਗੁਰੂ ਕੇ ਸਿੱਖ ਹੋਏ। ਖਾਲਸਾ ਜੀ ਅਵਸਥਾ ਵੱਖਰੀ ਵੱਖਰੀ ਹੋਈ। ਅੱਜ ਕੱਲ੍ਹ ਦੇ ਲੋਕ ਉਹਨਾਂ ਮਹਾਂਪੁਰਸ਼ਾਂ ਦੇ ਕਿੰਤੂ ਪਰੰਤੂ ਕਰਦੇ, ਪਤਾ ਢਿੱਲੇ ਦਾ ਵੀ ਨਹੀਂ। ਆਪਣੀ ਕੋਈ ਕਮਾਈ ਨਹੀਂ, ਕੋਈ ਜਪ ਨਹੀਂ, ਕੋਈ ਤਪ ਨਹੀਂ, ਤੇ ਗੱਲਾਂ ਕਰਨੀਆਂ ਵੱਡੇ ਵੱਡੇ ਅਵਤਾਰੀ ਪੁਰਸ਼ਾਂ ਦੀਆਂ। ਸੋ ਮੈਂ ਬਹੁਤੇ ਵਿਸਥਾਰ ਵਿੱਚ ਨਾ ਜਾਵਾਂ। ਇਹ ਸਾਰੀ ਬਿਰਤੀ ਦੀ ਗੱਲ ਹੈ। ਜੋ ਕੋਈ ਬੰਦਾ ਦੇਖ ਰਿਹਾ ਨਾ, ਕਹਿੰਦੇ ਇੱਕ ਅੰਨ੍ਹੇ ਨੂੰ ਖੜਾ ਕਰ, 4-5 ਅੰਨ੍ਹਿਆਂ ਨੂੰ ਰਾਜਾ ਕਹਿਣ ਲੱਗਾ ਵੀ ਤੁਸੀਂ ਦੱਸੋ ਹਾਥੀ ਕਿੱਦਾਂ ਦਾ ਹੈ। ਚਾਰੇ ਪੰਜਿਆਂ ਦੀ ਅੱਖਾਂ ਤੇ ਹੈ ਨਹੀਂ ਸੀਗੀਆਂ, ਹਾਥੀ ਖੜਾ ਸੀ। ਕੋਲ ਗਏ, ਇੱਕ ਨੇ ਜਾ ਕੇ ਹਾਥੀ ਦੇ ਕੰਨਾਂ ਨੂੰ ਹੱਥ ਲਾਇਆ ਤੇ ਵੇਖ ਕੇ ਟੋਹ ਟੋਹ ਕੇ ਕਹਿੰਦਾ ਹਾਥੀ ਛੱਜ ਵਰਗਾ ਹੈ। ਉਹ ਜਿਹੜਾ ਦਾਣੇ ਛੱਡਣ ਵਾਲਾ ਛੱਜ ਹੁੰਦਾ ਨਾ, ਉਹ ਕੰਨ ਹਾਥੀ ਦੇ ਉੱਦਾਂ ਹੁੰਦੇ ਵੱਡੇ ਵੱਡੇ। ਉਹਨੇ ਕਿਹਾ ਇਹ ਹਾਥੀ ਛੱਜ ਵਰਗਾ ਹੈ। ਦੂਸਰੇ ਅੰਨੇ ਨੇ ਹਾਥੀ ਦੀ ਪੂਛ ਨੂੰ ਹੱਥ ਲਾਇਆ, ਟੋਹ ਟੋਹ ਕੇ ਕਹਿੰਦਾ ਹਾਥੀ ਰੱਸੇ ਵਰਗਾ ਹੈ, ਲਾਸ ਵਰਗਾ। ਜੇ ਵੱਡੇ ਰੱਸੇ ਹੁੰਦੇ ਨਾ ਮੋਟੇ ਮੋਟੇ। ਤੀਜੇ ਅੰਨੇ ਨੇ ਹਾਥੀ ਦੇ ਲੱਤਾਂ ਨੂੰ ਹੱਥ ਲਾਇਆ, ਕਹਿੰਦਾ ਹਾਥੀ ਥੰਮਲੇ ਵਰਗਾ ਹੈ। ਹੁਣ ਹਾਥੀ ਤਾਂ ਜਿੱਦਾਂ ਦਾ ਹੈ ਉੱਦਾਂ ਦਾ ਹੀ ਹੈ। ਅੰਨਿਆਂ ਨੇ ਵਿਚਾਰਿਆਂ ਨੇ ਅੰਦਾਜ਼ਾ ਹੀ ਲਾਉਣਾ ਹੈ। ਅਸੀਂ ਗੁਰੂ ਦੀ, ਗੁਰੂ ਸਾਹਿਬ ਦੇ ਪਿਆਰਿਆਂ ਦੀ ਅਵਸਥਾ ਬਾਰੇ ਕੀ ਅੰਦਾਜ਼ਾ ਲਾ ਸਕਦੇ ਹਾਂ? ਉਹਦਾ ਇੱਕਮਿਕ ਹੋ ਚੁੱਕੇ ਪਰਮੇਸ਼ਰ ਦੇ ਨਾਲ। ਅਤੇ ਸੰਸਾਰੀ ਲੋਕ ਜਿਹੜੇ ਨੇ ਭੁਲੇਖਿਆਂ 'ਚ ਪਏ ਰਹਿਣਗੇ। ਅੱਜ ਦੇ ਨਹੀਂ ਪਏ, ਜਦੋਂ ਦੀ ਦੁਨੀਆ ਬਣੀ ਹੈ ਭੁਲੇਖਾ ਵੀ ਇਵੇਂ ਚੱਲਿਆ ਆ ਰਿਹਾ। ਕਈ ਵਾਰੀ ਕਹਿੰਦੇ ਆਸਤਕ ਪਹਿਲਾਂ ਹੋਏ ਕਿ ਨਾਸਤਕ। ਸਾਧ ਸੰਗਤ ਜੀ, ਨਾਸਤਕ ਸਾਡੇ ਵੱਡੇ ਭਰਾ ਨੇ, ਪਹਿਲਾਂ ਹੋਏ ਆ। ਆਖੋ ਸ੍ਰੀ ਵਾਹਿਗੁਰੂ। ਅੱਛਾ ਦੱਸੋ, ਦੁਨੀਆ ਦੇ ਇਤਿਹਾਸ ਵਿੱਚ ਸਭ ਤੋਂ ਪਹਿਲਾਂ ਨਾਸਤਕ ਕਿਹਨੂੰ ਕਹਿੰਦੇ ਹਾਂ ਆਪਾਂ, ਅਤੇ ਆਸਤਕ ਕਿਹਨੂੰ ਕਹਿੰਦੇ ਹਾਂ? ਸਭ ਤੋਂ ਪਹਿਲਾਂ ਨਾਸਤਕ ਹਰਨਾਕਸ਼ ਹੋਇਆ, ਅਤੇ ਸਭ ਤੋਂ ਪਹਿਲਾਂ ਆਸਤਕ ਪ੍ਰਹਲਾਦ ਭਗਤ ਹੋਇਆ। ਅੱਛਾ, ਦੋਵੇਂ ਪਿਓ ਪੁੱਤਰ ਸੀ। ਪਿਓ ਪਹਿਲੇ ਹੁੰਦਾ ਕਿ ਪੁੱਤਰ ਪਹਿਲਾਂ ਦਾ ਪਿਓ ਹੀ ਹੈ? ਹਰਨਾਕਸ਼ ਨਾਸਤਕ ਪਹਿਲਾਂ ਜੰਮਿਆ, ਪੁੱਤਰ ਭਗਤ ਆਸਤਕ ਬਾਅਦ ਜੰਮਿਆ। ਇਸ ਕਰਕੇ ਨਾਸਤਕ ਬੰਦੇ ਸਦਾ ਹੀ ਸ਼ੰਕਾ ਕਰਦੇ ਰਹੇ ਹਨ, ਪਰ ਭਗਤਾਂ ਦੇ ਅੱਗੇ ਫਿਰ ਹਾਰ ਜਾਂਦੇ ਹਨ। ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਬਾਣੀ ਜਿਨ੍ਹਾਂ ਨੇ ਪੜ੍ਹੀ ਹੈ, ਉਹਨਾਂ ਦੀ ਅਵਸਥਾ ਉੱਚੇ ਤੋਂ ਉੱਚੀ ਬਣ ਜਾਂਦੀ। ਗੁਰੂ ਕੀ ਸੰਗਤ ਵਿੱਚ ਆਉਣ ਵਾਲੇ ਵੱਖਰੀ ਵੱਖਰੀ ਅਵਸਥਾ ਦੇ ਮਾਲਕ ਹੁੰਦੇ ਹੈ। ਅਤੇ ਬਾਣੀ ਜਿਹੋ ਜਿਹੇ ਕੋਈ ਅਵਸਥਾ ਵਾਲਾ ਉਹੋ ਜਿਹਾ ਉਹਨੂੰ ਫਲ ਦਿੰਦੀ। ਜਿਵੇਂ ਕੋਈ ਮੰਗੇ ਦੁੱਧ, ਬਾਣੀ ਦੁੱਧ ਦਿੰਦੀ। ਕੋਈ ਪੁੱਤ ਮੰਗੇ, ਪੁੱਤ ਦਿੰਦੀ ਹੈ। ਜੇ ਕਿਸੇ ਦਾ ਕੋਈ ਕਾਰਜ ਅੜਿਆ ਹੋਵੇ, ਗੁਰਬਾਣੀ ਪੜ੍ਹੇ, ਕਾਰਜ ਰਾਸ ਹੋ ਜਾਂਦੇ ਹਨ। ਹਰ ਹਰ ਚਰਨ ਹਿਰਦੈ ਉਰ ਧਾਰੇ, ਸਿਮਰ ਸੁਆਮੀ ਸਤਿਗੁਰ ਆਪਣਾ, ਕਾਰਜ ਸਫਲ ਹਮਾਰੇ। ਅਤੇ ਜੇ ਕੋਈ ਸਾਧ ਸੰਗਤ ਜੀ ਬ੍ਰਹਮ ਗਿਆਨ ਲੈਣਾ ਚਾਹੇ, ਉਹਨੂੰ ਗੁਰਬਾਣੀ ਬ੍ਰਹਮ ਗਿਆਨ ਦੇ ਦਿੰਦੀ ਹੈ। ਜਿੱਦਾਂ ਜਿੱਦਾਂ ਦੀ ਇੱਛਾ ਹੋਵੇ, ਉੱਦਾਂ ਦੀ ਇੱਛਾ ਗੁਰਬਾਣੀ ਪੂਰਾ ਕਰ ਦਿੰਦੀ ਹੈ। ਜਾਸ ਸਦਨ ਗੁਰ ਗ੍ਰੰਥ ਗਿਰਾ ਆਲਾਪਹੀ। ਜਿਹੜੇ ਘਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੀ ਜਾਂਦੀ ਹੈ, ਘਰਾਂ ਵਿੱਚ ਗੁਰਸਿੱਖ ਬਾਣੀ ਦਾ ਪ੍ਰਕਾਸ਼ ਕਰਦੇ, ਪੋਥੀਆਂ ਸੈਂਚੀਆਂ ਗੁਟਕੇ ਸਾਹਿਬ ਰੱਖਦੇ ਨੇ। ਜਿਹੜੇ ਘਰ 'ਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪਾਠ ਹੁੰਦਾ, ਕੋਈ ਸਾਰਾ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਰੱਖੇ, ਬੜੀ ਵੱਡੀ ਗੱਲ ਹੈ। ਕੋਈ ਸੈਂਚੀਆਂ ਰੱਖੇ, ਕੋਈ ਗੁਟਕਾ ਸਾਹਿਬ ਰੱਖੇ, ਬਾਣੀ ਪੜ੍ਹੇ। ਜਿਹੜੇ ਘਰ 'ਚ ਗੁਰਬਾਣੀ ਪੜ੍ਹਦੀ ਜਾਂਦੀ ਹੈ, ਪੁਨ ਪੁਨ ਸ੍ਰੀ ਗੁਰ ਗਿਆਨ ਧਿਆਨ ਜਪ ਜਾਪਹੀ। ਤੇ ਬਾਰ-ਬਾਰ ਜਿਹੜੇ ਗੁਰਬਾਣੀ ਦਾ ਗਿਆਨ ਪ੍ਰਾਪਤ ਕਰਦੇ ਨੇ, ਗੁਰੂ ਮਹਾਰਾਜ ਦੇ ਚਰਨਾਂ 'ਚ ਧਿਆਨ ਜੋੜਦੇ ਨੇ, ਸਤਨਾਮ ਸ੍ਰੀ ਵਾਹਿਗੁਰੂ ਦਾ ਜਪ ਕਰਦੇ ਨੇ, ਸੋ ਵੈਕੁੰਠ ਪ੍ਰਤਾਪ ਤਹਾਂ ਛਿਨ ਨਾ ਟਰੈ। ਸਾਧ ਸੰਗਤ ਜੀ, ਉਹ ਸੱਚਖੰਡ ਦੇ ਵਿੱਚ ਬੈਕੁੰਠ ਵਿੱਚ ਪਹੁੰਚਦੇ ਨੇ। ਉਹਨਾਂ ਨੂੰ ਉੱਥੋਂ ਦਾਤਾਂ ਮਿਲਦੀਆਂ ਨੇ ਧੁਰ ਤੋਂ। ਜਿਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਉਹਨਾਂ ਨੂੰ ਜਿਹੜਾ ਪ੍ਰਤਾਪ ਮਿਲਦਾ ਉਹ ਟਲਦਾ ਨਹੀਂ। ਆਹ ਦੁਨਿਆਵੀ ਸ਼ੋਹਰਤਾਂ ਵਡਿਆਈਆਂ ਲੋਕ ਲਈ ਫਿਰਦੇ ਨੇ,
4 दिन ਦੀ ਚਾਂਦਨੀ ਫਿਰ ਅੰਧੇਰੀ ਰਾਤ ਹੈ। ਕੋਈ ਮੇਰੇ ਵਰਗਾ ਗਿਆਨੀ ਬਣ ਕੇ ਸ਼ੋਹਰਤ ਖੱਟ ਲਵੇ, ਬੜਾ ਕਥਾਵਾਚਕ ਹੈ। ਕੋਈ ਰਾਗੀ ਢਾਡੀ ਬਣ ਕੇ ਸ਼ੋਹਰਤ ਖੱਟ ਲਵੇ, ਕੋਈ ਰਾਜਨੀਤੀ 'ਚ ਆ ਕੇ ਲੀਡਰ ਬਣ ਕੇ ਰਾਜਨੇਤਾ ਬਣ ਕੇ ਖੱਟ ਲਵੇ, ਕੋਈ ਸਾਧ ਸੰਗਤ ਜੀ ਬਿਜ਼ਨਸਮੈਨ ਬਣ ਕੇ ਬੜਾ ਤਗੜਾ ਟਾਟਾ ਬਿਰਲਾ ਵਰਗਾ ਸੇਠ ਬਣ ਜਾਵੇ, ਜਾਂ ਕੋਈ ਕਲਾਕਾਰ ਬਣ ਕੇ ਦੁਨੀਆ ਵਿੱਚ ਮਸ਼ਹੂਰੀ ਖੱਟ ਲੈ, ਹੀਰੋ ਫਿਲਮਾਂ ਦਾ ਬਣ ਜਾਏ, ਕੁਛ ਬਣ ਜਾਏ। 4 ਦਿਨ ਦੀ ਵਡਿਆਈ ਹੈ, ਫਿਰ ਲੋਕ ਗਾਲਾਂ ਕੱਢਦੇ ਆ। ਦੁਨੀਆ ਦਾ ਕੋਈ ਇਹੋ ਜਿਹਾ ਰਾਜਨੀਤਿਕ ਲੀਡਰ ਨਹੀਂ ਜਿਹਨੂੰ ਲੋਕਾਂ ਨੇ ਗਾਲਾਂ ਨਾ ਕੱਢੀਆਂ ਹੋਣ। ਇਹੋ ਜਿਹਾ ਕੋਈ ਬਿਜ਼ਨਸਮੈਨ ਵੀ ਨਹੀਂ ਲੱਭਣਾ ਜਿਹਨੂੰ ਉਹਦੇ ਵਿਰੋਧੀ ਗਾਲਾਂ ਨਾ ਕੱਢਦੇ ਹੋਣ। ਜਿਹਨੂੰ ਚੰਗਾ ਕਹਿ ਦਿੰਦੇ ਮੂੰਹ 'ਤੇ ਪਿੱਛੋਂ ਉਹਦੀ ਭੰਡੀ ਕਰ ਦਿੰਦੇ। ਅਤੇ ਜਿਨ੍ਹਾਂ ਦੀ ਮਸ਼ਹੂਰੀ ਹੁੰਦੀ ਹੈ ਉਹਨਾਂ ਦੀ ਵਿਰੋਧਤਾ ਵੀ ਹੁੰਦੀ ਹੈ। ਪਰ ਪਰਮੇਸ਼ਰ ਦੇ ਪਿਆਰਿਆਂ ਨੂੰ ਉਹ ਵਡਿਆਈ ਮਿਲਦੀ ਹੈ ਜਿਹੜੀ ਖਤਮ ਨਹੀਂ ਹੋ ਸਕਦੀ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਕੋਈ ਨਾ ਮੇਟਣ ਹਾਰਾ। ਸੰਤਾਂ ਮਹਾਂਪੁਰਸ਼ਾਂ ਦੀ ਸੋਭਾ ਜੁਗਾਂ ਜੁਗਾਂ ਤੋਂ ਹੁੰਦੀ, ਕੋਈ ਮਿਟਾ ਨਹੀਂ ਸਕਦਾ। ਹੋ ਸਭ ਸੰਪਦ ਰਿੱਧ ਸਿੱਧ ਰਮਾ ਨਿਜ ਘਰ ਕਰਾ। ਰਿੱਧੀਆਂ ਸਿੱਧੀਆਂ ਲక్ష్ਮੀ ਉਹਦੇ ਦਰ 'ਤੇ ਖੜੀ ਰਹਿੰਦੀ ਹੈ। ਜਿਹੜੇ ਘਰ 'ਚ ਗੁਰੂ ਗ੍ਰੰਥ ਸਾਹਿਬ ਦਾ ਪਾਠ ਹੋਵੇ, ਸਤਿਕਾਰ ਹੋਵੇ, ਇਹ ਨਾ ਹੋਵੇ ਵੀ ਪ੍ਰਕਾਸ਼ ਕਰਕੇ ਰੱਖ ਛੱਡੇ। ਕਈਆਂ ਨੇ ਅੱਜ ਕੱਲ੍ਹ ਨਾ ਫੈਸ਼ਨ ਬਣਾਇਆ ਹੋਇਆ, ਘਰ ਦੇ 'ਚ 5-7 ਕਮਰੇ, ਇੱਕ ਕਮਰਾ ਕਹਿੰਦੇ ਬਾਬੇ ਵਾਸਤੇ ਰੱਖ ਲੈਂਦੇ ਆ। ਉੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰ ਲਿਆ ਅਤੇ ਗ੍ਰੰਥੀ ਸਿੰਘ ਨੂੰ ਕਹਿ ਦਿੱਤਾ, ਬਾਬਾ ਜੀ ਸਵੇਰੇ ਆ ਕੇ ਪ੍ਰਕਾਸ਼ ਕਰ ਦਿਆ ਕਰੋ, ਸ਼ਾਮ ਨੂੰ ਸੁਖਾਸਨ ਕਰ ਦਿਆ ਕਰੋ। ਜੇ ਗ੍ਰੰਥੀ ਸਿੰਘ ਨਹੀਂ ਰੱਖਿਆ ਤਾਂ ਆਪ ਹੀ ਵੱਧ ਤੋਂ ਵੱਧ ਸੁਖਾਸਨ ਕਰਤਾ ਜਾਂ ਪ੍ਰਕਾਸ਼ ਕਰਤਾ, ਬਾਣੀ ਪੜ੍ਹੀ ਨਹੀਂ। ਜੇ ਬਾਣੀ ਪੜ੍ਹਨੀ ਹੈ ਅਤੇ ਸੇਵਾ ਕਰਨੀ ਹੈ ਤਾਂ ਭਾਈ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਘਰ 'ਚ ਰੱਖੋ, ਅਤੇ ਰੱਖੋ ਜ਼ਰੂਰ। ਇਹ ਨਹੀਂ ਕਹਿਣਾ ਵੀ ਨਾ ਰੱਖੋ, ਰੱਖੋ ਤਾਂ ਜ਼ਰੂਰ, ਪਰ ਬਾਣੀ ਵੀ ਪੜ੍ਹੋ। ਜਿਹੜਾ ਬਾਣੀ ਪੜ੍ਹੇਗਾ, ਸੇਵਾ ਕਰੇਗਾ, ਅਦਬ ਰੱਖੇਗਾ, ਉਹਦੇ ਬੂਹੇ 'ਤੇ ਰਿੱਧੀਆਂ ਸਿੱਧੀਆਂ ਇਉਂ ਖੜੀਆਂ ਰਹਿਣਗੀਆਂ ਹੱਥ ਜੋੜ ਕੇ। ਦੱਸੋ ਬਾਬਾ ਜੀ ਕੀ ਸੇਵਾ ਕਰੀਏ? ਮਾਇਆ ਵੀ ਖੜੀ ਰਹੇਗੀ, ਲక్ష్ਮੀ, ਕਮੀ ਨਹੀਂ ਆਏਗੀ ਕਿਸੇ ਚੀਜ਼ ਦੀ। ਘਰ ਭੰਡਾਰ ਭਰੇ ਰਹਿਣਗੇ ਜਿਹੜੇ ਘਰ 'ਚ ਗੁਰੂ ਗ੍ਰੰਥ ਸਾਹਿਬ ਦਾ ਪਾਠ ਹੋਵੇਗਾ। ਹਾਂਜੀ। ਤਾਂ ਤੇ ਤਜਹੁ ਸਾਰ ਜਾਨ ਮਤ ਮੰਦਨੀ। ਕਹਿੰਦੇ ਖੋਟੀ ਬੁੱਧੀ ਛੱਡੋ ਭਾਈ ਸਿੱਖੋ, ਮਾੜੇ ਕਰਮ ਛੱਡੋ। ਜਿਹੜਾ ਤਤ ਵਸਤੂ ਦਾ, ਸਾਰ ਵਸਤੂ ਦਾ ਗ੍ਰਹਿਣ ਕਰੋ। ਉਹ ਕੀ ਹੈ? ਸਾਰ ਵਸਤੂ ਗੁਰਬਾਣੀ ਹੈ। ਗੁਰਬਾਣੀ ਦਾ ਜਾਪ ਕਰੋ, ਗੁਰਬਾਣੀ ਨਾਲ ਜੁੜੋ, ਅਤੇ ਮਾੜੀ ਮੱਤ, ਖੋਟੀ ਮੱਤ ਦਾ ਤਿਆਗ ਕਰੋ। ਇਹ ਸਰਵੋਤਮ ਸਾਰ ਭਰਮ ਭਵ ਕੰਦਨੀ। ਇਹ ਗੁਰਬਾਣੀ ਜਿਹੜੀ ਹੈ ਨਾ ਸਾਰਿਆਂ ਤੋਂ ਸਰਵੋਤਮ ਹੈ। ਇਹ ਸਾਰੇ ਗਿਆਨ, ਧਿਆਨ, ਵੇਦਾਂ, ਸ਼ਾਸਤਰਾਂ ਦਾ ਨਿਚੋੜ ਕੱਢਿਆ ਹੋਇਆ, ਅਤੇ ਜਨਮ ਮਰਨ ਤੋਂ ਖਹਿੜਾ ਛੁਡਾਉਂਦੀ ਹੈ, ਦੁੱਖਾਂ ਤੋਂ ਖਹਿੜਾ ਛੁਡਾਉਂਦੀ ਹੈ। ਇੱਥੇ ਦੁਨੀਆ ਵਿੱਚ ਆਪਾਂ ਜਿੰਨੇ ਵੀ ਇਨਸਾਨ ਆਏ ਆ, ਦੁਖੀ ਤਾਂ ਨਹੀਂ ਕੋਈ ਹੋਣਾ ਚਾਹੁੰਦਾ, ਸਾਰੇ ਹੀ ਸੁੱਖ ਚਾਹੁੰਦੇ ਨੇ, ਪਰ ਸੁੱਖ ਮਿਲਣਾ ਗੁਰਬਾਣੀ ਤੋਂ। ਇਸ ਕਰਕੇ ਗੁਰਬਾਣੀ ਦੇ ਲੜ ਲੱਗ ਜਾਓ। ਹਾਂਜੀ। ਕਲਮਖ ਕਲ ਕੁਲਹਾਰ ਅਵਾਰ ਬਿਲਾਸਨੀ। ਕਹਿੰਦੇ ਜਿਹੜੀ ਗੁਰਬਾਣੀ ਹੈ ਇਹ ਕਲਮਖ ਕਲ ਕੁਲਹਾਰ ਅਵਾਰ ਬਿਲਾਸ, ਬਿਨਾਂ ਦੇਰੀ ਦੇ। ਅਵਾਰ ਨਾ ਬਿਨਾਂ ਦੇਰੀ ਦੇ, ਬਹੁਤਾ ਟਾਈਮ ਨਹੀਂ ਲੱਗਦਾ। ਜਿਹੜੇ ਕਲਯੁਗ ਦੇ ਪਾਪ ਨੇ ਉਹਨਾਂ ਸਾਰਿਆਂ ਪਾਪਾਂ ਨੂੰ, ਕੁੱਲ ਪਾਪਾਂ ਨੂੰ ਹਾਰਾ ਦਿੰਦੀ, ਨਾਸ ਕਰ ਦਿੰਦੀ ਹੈ, ਖਤਮ ਕਰ ਦਿੰਦੀ। ਹਾਂਜੀ। ਹੋ ਅਲਪ ਕਹਿਓ ਬਹੁ ਜਾਨ ਗ੍ਰੰਥ ਸੁਖ ਵਾਸਨੀ। ਭਾਈ ਗੁਰਦਾਸ ਜੀ ਪੰਡਤਾਂ ਨੂੰ ਕਹਿੰਦੇ, ਪੰਡਤ ਜੀ ਥੋੜ੍ਹਾ ਜਿਹਾ ਦੱਸਿਆ ਤੁਹਾਨੂੰ ਫਲ, ਹੈ ਤਾਂ ਬਹੁਤ ਗੁਰਬਾਣੀ ਦਾ ਫਲ, ਥੋੜ੍ਹਾ ਜਿਹਾ ਦੱਸਿਆ, ਜ਼ਿਆਦਾ ਜਾਣ ਲਓ। ਕਿਉਂਕਿ ਕਈ ਵਾਰੀ ਥੋੜ੍ਹੀ ਗੱਲ ਨੂੰ ਸਿਆਣੇ ਪੂਰੀ ਤਰ੍ਹਾਂ ਸਮਝ ਜਾਂਦੇ ਆ, ਅਤੇ ਮੂਰਖ ਦੇ ਅੱਗੇ ਸਾਰੀ ਰਮਾਇਣ ਸੁਣਾ ਦਿਓ। ਅਤੇ ਉਹ ਸਵੇਰੇ ਉੱਠ ਕੇ ਪੁੱਛਿਆ, ਸਾਰੀ ਪੰਡਤ ਨੇ ਕਥਾ ਕੀਤੀ ਅਤੇ ਕਥਾ ਸੁਣਦਾ ਰਿਹਾ, ਅਤੇ ਕਹਿੰਦੇ ਪੰਡਤ ਨੇ ਪੁੱਛਿਆ, ਹਾਂ ਬਈ ਕਥਾ ਸੁਣ ਲਈ,
ਕਹਿੰਦੇ ਜੀ ਹਾਂ ਜੀ ਕਥਾ ਸਾਰੀ ਸੁਣ ਲਈ, ਪਰ ਇਹ ਨਹੀਂ ਸਮਝ ਆਈ ਵੀ ਰਾਵਣ ਰਾਖਸ਼ ਸੀ ਕਿ ਰਾਮਚੰਦਰ ਰਾਖਸ਼ ਸੀਗਾ। ਉਹ ਕਹਿੰਦੇ ਪੰਡਤ ਬੋਲਿਆ, ਕਹਿੰਦਾ ਨਾ ਤੇ ਰਾਵਣ ਰਾਖਸ਼ ਸੀ ਤੇ ਨਾ ਹੀ ਰਾਮਚੰਦਰ ਰਾਖਸ਼ ਸੀ, ਮੈਂ ਹੀ ਰਾਖਸ਼ ਹਾਂ ਜਿਹੜਾ ਤੁਹਾਨੂੰ ਸਾਲ ਤੋਂ ਕਥਾ ਸੁਣਾਉਂਦਾ ਰਿਹਾ। ਵੀ ਤੁਹਾਨੂੰ ਇੰਨਾ ਹੀ ਨਹੀਂ ਪਤਾ ਲੱਗਾ ਸੁਣ ਕੇ, ਤੇ ਫਿਰ ਹੋਰ ਤੁਹਾਨੂੰ ਕੀ ਸੁਣਾਈਏ। ਜਿਹੜੇ ਬੰਦੇ ਨੂੰ ਥੋੜ੍ਹੀ ਗੱਲ ਸਮਝ ਆ ਜਾਵੇ ਉਹ ਬਹੁਤ ਸਮਝ ਲੈਂਦਾ, ਅਤੇ ਜਿਹਨੂੰ ਬਹੁਤੀ ਵੀ ਸਮਝ ਨਾ ਆਵੇ ਉਹਨੂੰ ਥੋੜ੍ਹੀ ਨਾ ਕੀ ਸਮਝ ਆਉਣੀ ਹੈ। ਸੋ ਪੰਡਤੋ ਤੁਸੀਂ ਵਿਦਵਾਨ ਹੋ ਬਈ, ਤੁਹਾਨੂੰ ਸਿਰ 100 ਹੱਥ ਰੱਸਾ ਸਿਰੇ 'ਤੇ ਗੰਢ ਹੈ, ਤਤ ਨਿਚੋੜ ਦੱਸ ਦਿੱਤਾ ਜੇ ਵੀ ਗੁਰਬਾਣੀ ਵਰਗਾ ਕੁਛ ਨਹੀਂ। ਆਖੋ ਸ੍ਰੀ ਵਾਹਿਗੁਰੂ। ਇਹਨੂੰ ਤੁਸੀਂ ਬਸ ਹੁਣ ਕਰ ਲਓ। ਇਹ ਜਨਮ ਮਿਲਿਆ ਮਨੁੱਖਾ ਜਨਮ, ਅਗਲਾ ਜਨਮ ਪਤਾ ਨਹੀਂ ਮਨੁੱਖ ਦਾ ਮਿਲਣਾ ਕਿ ਕਿਸੇ ਹੋਰ ਜੂਨੀ 'ਚ ਪੈ ਜਾਣਾ। ਜਿੰਨਾ ਟਾਈਮ ਤੁਹਾਡੇ ਕੋਲ ਹੈ ਨਾ, ਬਾਕੀ ਗੁਰਬਾਣੀ ਪੜ੍ਹ ਲਓ, ਗੁਰਬਾਣੀ ਜਪ ਲਓ। ਹਾਂਜੀ। ਸੋਰਠਾ ਸ੍ਰੀ ਗੁਰੂ ਗ੍ਰੰਥ ਮਹਾਨ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਹੁਤ ਮਹਾਨ ਹਨ, ਇਹਨਾਂ ਵਰਗਾ ਕੋਈ ਨਹੀਂ, ਸਭ ਤੋਂ ਵੱਡੇ ਹਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਹਾਂਜੀ। ਪ੍ਰਗਟ ਬੋਧ ਬਪ ਮਾਨੀਏ। ਇਹ ਬੋਧ ਦਾ ਗਿਆਨ ਦਾ ਪ੍ਰਗਟ ਸਰੂਪ ਹੈ, ਬ੍ਰਹਮ ਗਿਆਨ ਦਾ। ਦੋ ਗਿਆਨ ਨੇ, ਇੱਕ ਸੰਸਾਰੀ ਗਿਆਨ ਹੈ ਤੇ ਕਿਤਾਬਾਂ 'ਚ ਬਹੁਤ ਮਿਲ ਜਾਂਦਾ, ਆਤਮ ਗਿਆਨ ਜਿਹੜਾ ਹੈ ਉਹ ਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ 'ਚੋਂ ਮਿਲਦਾ। ਹਾਂਜੀ। ਸ੍ਰੀ ਗੁਰ ਕਹਿਓ ਬਖਾਨ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਹ ਜਿਹੜੀ ਬਾਣੀ ਲਿਆਂਦੀ ਹੈ ਧੁਰ ਤੋਂ, ਪੰਜਵੇਂ ਜਾਮੇ 'ਚ ਇਹਨੂੰ ਗੁਰੂ ਅਰਜਨ ਦੇਵ ਜੀ ਨੇ ਗ੍ਰੰਥ ਬਣਾਇਆ ਹੈ। ਅਤੇ ਇਹ ਜਿਹੜੇ ਇਹ ਦਰਗਾਹੀ ਖੇਡ ਹੈ ਸਾਰੀ। ਇਹ ਮਨੁੱਖ ਦੇ ਨਾ ਤਾਂ ਕੋਈ ਮਨੁੱਖ ਇਹ ਬਾਣੀ ਬਣਾ ਸਕਦਾ, ਇੱਦਾਂ ਦੀ ਕੋਈ ਬੰਦਾ ਇੱਦਾਂ ਦੀ ਬਾਣੀ ਥੋੜ੍ਹਾ ਬਣਾ ਸਕਦਾ। ਸਾਧ ਸੰਗਤ ਜੀ, ਕਈ ਸੰਪਰਦਾਵਾਂ ਚੱਲੀਆਂ ਸਾਡੇ ਵੇਖਦਿਆਂ ਵੇਖਦਿਆਂ ਗੁਰੂ ਬਣੇ, ਅਤੇ ਗੁਰੂ ਬਣ ਕੇ ਬਾਣੀ ਬਣਾਉਣ ਦੀ ਵੀ ਕੋਸ਼ਿਸ਼ ਕੀਤੀ, ਪਰ ਬਾਣੀ ਬੜੀ ਹਾਸੋਹੀਣੀ। ਨਿਰੰਕਾਰੀਆਂ ਦੀ ਕਿਤਾਬ ਅਵਤਾਰ ਬਾਣੀ ਜਿਹਦਾ ਰੌਲਾ ਪਿਆ ਸੀਗਾ, ਉਹ ਕਿਤਾਬ ਵੀ ਦਾਸ ਨੇ ਪੜ੍ਹੀ ਹੈ। ਉਹਦਾ ਅਵਤਾਰ ਬਾਣੀ, ਉਹਦੇ ਵਿੱਚ ਨਾ ਕੋਈ ਸਿਰ ਨਾ ਕੋਈ ਪੈਰ ਨਾ ਕੋਈ ਤੁਕਬੰਦੀ ਜੀ ਕੀਤੀ ਹੋਈ। ਉਹ ਮਾਈ ਸੀ ਜਿਹੜੀ ਬਾਬੇ ਗੁਰਬਚਨ ਸਿੰਘ ਦੀ ਮਾਂ, ਉਹਦੀ ਕਵਿਤਾ ਉਹਨੂੰ ਬਾਣੀ ਮਾਤਾ ਬੁੱਧਵੰਤੀ ਕਰਕੇ ਲਿਖਿਆ ਹੋਇਆ। ਉਹ ਕਹਿੰਦੀ ਹੈ, ਡਾਕਟਰ ਦੇ ਲੜ ਲਈਆਂ ਲਾਵਾਂ ਸਾਰੇ ਆਖਣ ਡਾਕਟਰ ਨੀ, ਮਾਸਟਰ ਦੇ ਲੜ ਲੱਗੀ ਕੋਈ ਸਾਰੇ ਆਖਣ ਮਾਸਟਰ ਨੀ। ਇਹ ਬਾਣੀ ਹੈ, ਇਹ ਉਹਨਾਂ ਦੀ ਕਿਤਾਬ ਵਿੱਚ ਹੈ। ਕਹਿੰਦੇ ਜਗਤ ਗੁਰੂ ਦੇ ਲੜ ਮੈਂ ਲੱਗੀ, ਬਣ ਗਈ ਜਗ ਦੀ ਮਾਤਾ ਮੈਂ। ਵੀ ਮੈਂ ਬਾਬੇ ਦੇ ਘਰ ਲਾਵਾਂ ਲਈਆਂ ਅਤੇ ਮੈਂ ਮਾਤਾ ਬਣ ਗਈ। ਉਧਰੋਂ ਆ ਜਿਹੜੇ ਨਵੇਂ ਵੀ ਦੇਖਿਆ ਤੁਸੀਂ, ਸਿੰਗਰ ਪੋਪ ਬਾਬੇ, ਫਿਲਮਾਂ ਵੀ ਬਣਾਈਆਂ, ਬੜਾ ਕੁਝ ਕੀਤਾ ਆ 2-3 ਸਾਲ 'ਚ ਸਰਸੇ ਵਾਲੇ ਨੇ। ਅਤੇ ਨਾ ਕੋਈ ਸਿਰ ਨਾ ਕੋਈ ਪੈਰ, ਨਾ ਗਾਣਾ ਵੀ ਨਹੀਂ ਚੰਗਾ। ਜੇ ਗਾਣਾ ਵੀ ਹੋਵੇ ਨਾ ਕੋਈ ਫਿਲਮ ਦਾ, ਉਹਦੇ 'ਚ ਵੀ ਕੋਈ ਅਸਰ ਹੁੰਦਾ, ਉਹ ਵੀ ਕੋਈ ਨਹੀਂ। ਅਤੇ ਬਣਨਾ ਗੁਰੂ, ਇਹ ਬਣਾਇਆ ਥੋੜ੍ਹਾ ਬਣਦੀਆਂ ਗੱਲਾਂ। ਆਖੋ ਵਾਹਿਗੁਰੂ। ਇਹ ਗੱਲਾਂ ਬਣਾਇਆ ਨਹੀਂ ਬਣਦੀਆਂ, ਇਹ ਤਾਂ ਧੁਰ ਤੋਂ ਆਉਂਦੀਆਂ। ਧੁਰ ਕੀ ਬਾਣੀ ਆਈ, ਇਸ ਕਰਕੇ ਹੁਣ ਇਹਦੀ ਥੋੜ੍ਹਾ ਕੋਈ ਰੀਸ ਕਰ ਲਏਗਾ। ਧੁਰ ਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ। ਕਿੱਥੇ ਧੁਰ ਕੀ ਬਾਣੀ, ਕਿੱਥੇ ਮੇਰੇ ਵਰਗਿਆਂ ਦੀਆਂ ਆ ਡਾਕਟਰ ਦੇ ਨਾਲ ਲਈਆਂ ਲਾਵਾਂ। ਕਿੱਥੇ ਗੱਲ ਬਣਦੀ ਕੋਈ? ਉਹ ਚੀਜ਼ ਉਹ ਬਣ ਹੀ ਨਹੀਂ ਸਕਦੀ। ਇਸ ਕਰਕੇ ਮਹਾਰਾਜ ਸ੍ਰੀ ਗੁਰੂ ਕਹਿਓ ਬਖਾਨ, ਮਮ ਸਰੂਪ ਭਵ ਸੇਤਿ। ਗੁਰੂ ਸਾਹਿਬ ਨੇ ਆਪ ਕਿਹਾ ਵੀ ਮੇਰਾ ਸਰੂਪ ਬਾਣੀ ਹੈ। 10ਵੇਂ ਪਾਤਸ਼ਾਹ ਨੂੰ ਭਾਈ ਆਨੰਦ ਲਾਲ ਸਾਹਿਬ ਜੀ ਪੁੱਛਿਆ, ਮਹਾਰਾਜ ਆਪਣਾ ਸਰੂਪ ਦੱਸੋ। ਮਹਾਰਾਜ ਕਹਿੰਦੇ 3 ਰੂਪ ਹੈ ਮੋਏ ਕੇ ਸੁਨੋ ਆਨੰਦ ਚਿਤ ਲਾਏ। ਇਹ ਭਾਈ ਆਨੰਦ ਲਾਲ ਜੀ, ਸਾਡੇ 3 ਸਰੂਪ ਹਨ, ਧਿਆਨ ਦੇ ਕੇ ਸੁਣੋ। ਨਿਰਗੁਣ ਸਰਗੁਣ ਗੁਰ ਸ਼ਬਦ ਕਹੋ ਤੋਏ ਸਮਝਾਏ। ਇੱਕ ਸਾਡਾ ਨਿਰਗੁਣ ਸਰੂਪ ਹੈ। ਨਿਰਗੁਣ ਦਾ ਕੋਈ ਬਿਆਨ ਨਹੀਂ ਕਰ ਸਕਦਾ। ਚੱਕਰ ਚੇਨ ਅਰ ਬਰਨ ਜਾਤ ਅਰ ਪਾਤ ਨੈਣ ਜੇ ਰੂਪ ਰੰਗ ਆ ਰੇਖ ਪੇ ਕੋ ਕਹਿ ਨਾ ਸਕਤ ਕੇ।
ਦੂਜਾ ਸਰੂਪ ਸਾਡਾ ਸਰਗੁਣ ਹੈ। ਸਰਗੁਣ ਰੂਪ ਸਿੱਖ ਹੈ ਮੇਰੇ। ਆ ਜਿੰਨਾ ਖਾਲਸਾ ਬੈਠਾ ਮੇਰਾ ਰੂਪ ਹੈ, ਜਿੰਨੇ ਸਿੱਖ ਬੈਠੇ ਮੇਰਾ ਰੂਪ ਹੈ। ਤੀਸਰਾ ਰੂਪ ਗ੍ਰੰਥ ਜੀ ਜਾਨ। ਤੀਜਾ ਰੂਪ ਸਾਡਾ ਗੁਰੂ ਗ੍ਰੰਥ ਸਾਹਿਬ ਹੈ। ਇਹ ਬਾਣੀ ਹੈ। ਇਹ ਹੁਣ ਜਿਨ੍ਹਾਂ ਦੀਆਂ ਅੱਖਾਂ ਖੁੱਲ੍ਹੀਆਂ ਉਹਨਾਂ ਨੂੰ ਨਜ਼ਰ ਆਉਣਾ। ਜਿਹੜੇ ਮੇਰੇ ਵਰਗੇ ਅੰਨੇ ਬੰਦੇ ਉਹ ਕਹਿਣਗੇ ਲੈ ਪਹਿਲੀ ਗੱਲ ਹੈ ਜਿਹੜਾ ਨਿਰਗੁਣ ਹੈ ਉਹਦਾ ਤਾਂ ਪਤਾ ਹੀ ਨਹੀਂ ਜੀ ਕੀ ਹੁੰਦਾ ਜੀ, ਦੱਸੋ ਜੀ, ਉਹਨਾਂ ਸਮਝ ਹੀ ਨਹੀਂ ਆਉਣੀ। ਜੇ ਸਰਗੁਣ ਦੀ ਗੱਲ ਕਰੇ ਸਿੱਖਾਂ ਨੂੰ ਵੇਖ ਕੇ ਉਹ ਨਫ਼ਰਤ ਕਰਦੇ ਆ, ਕਹਿੰਦੇ ਲੈ ਇਹ ਕੌਣ ਹੈ, ਉਹ ਕੌਣ ਹੈ, ਮੈਂ ਤੂੰ ਘਾਟਾਂ ਕੋਈ। ਸਿੱਖਾਂ ਨੂੰ ਵੇਖ ਕੇ ਤੇ ਮੱਥੇ ਤਿਉੜੀ ਪਾ ਲੈਂਦੇ ਅਸੀਂ, ਫਿਰ ਗੁਰੂ ਦਾ ਰੂਪ ਕਿੱਦਾਂ ਸਮਝਾਂਗੇ। ਤੀਸਰਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ ਪੂਰਨ ਨਿਸ਼ਚਾ ਕਰਕੇ ਅਭਿਆਸ ਕਰਨਾ ਬਾਣੀ ਦਾ, ਤੇ ਨਿਸ਼ਚਾ ਹੈ ਹੀ ਕੋਈ ਨਹੀਂ, ਫਿਰ ਗੱਲ ਨਹੀਂ ਬਣਦੀ। ਤਿੰਨੇ ਗੱਲਾਂ ਨੇ, ਤਿੰਨ ਰੂਪ ਨੇ ਮਹਾਰਾਜ ਦੇ। ਸ਼ਰਧਾ ਨਾਲ ਦਰਸ਼ਨ ਕਰੋ, ਪਰਮੇਸ਼ਰ ਦੇ ਲੱਭ ਜਾਣਗੇ, ਦਰਸ਼ਨ ਹੋ ਜਾਣਗੇ। ਸੋ ਸ੍ਰੀ ਗੁਰੂ ਗਹਿਓ ਬਖਾਨ ਮਮ ਸਰੂਪ ਭਵ ਸੇਤ। ਇਹ ਮਹਾਰਾਜ ਗੁਰੂ ਨਾਨਕ ਦੇਵ ਜੀ ਨੇ ਵੀ ਕਿਹਾ, ਗੁਰੂ ਅਰਜਨ ਦੇਵ ਜੀ ਨੇ ਵੀ ਕਿਹਾ, 10ਵੇਂ ਪਾਤਸ਼ਾਹ ਨੇ ਵੀ ਕਿਹਾ, ਸਾਰੀ ਬਾਣੀ 'ਚ ਕਿਹਾ ਬਾਣੀ ਮੇਰਾ ਰੂਪ ਹੈ। ਜਿਹੜਾ ਬਾਣੀ ਨਾਲ ਜੁੜੇਗਾ ਉੱਥੋਂ ਜਿੱਥੋਂ ਬਾਣੀ ਆਈ ਹੈ ਉੱਥੇ ਪਹੁੰਚ ਜਾਏਗਾ। ਇਹ ਗੁਰੂ ਸਾਹਿਬ ਦੀਆਂ ਬਖਸ਼ਾਂ। ਗੁਰੂ ਕੇ ਪਿਆਰਿਓ, ਆਪਾਂ ਸਰਵਣ ਕੀਤੀਆਂ, ਭੁੱਲਾਂ ਚੁੱਕਾਂ ਦੀ ਖਿਮਾ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆ।